बहुत जन्म बिछड़े थे माधो, यह जन्म तुम्हारे लेखे, कह रविदास आस लग जीवो, चिर भयो दर्शन देखे। वाहिगुरु जी गौड़ी महला पहला। दूजी माया जगत चितवास, काम क्रोध अहंकार विनाश। दूजा कौन कहा नहीं कोई, सब में एक निरंजन सोई। दूजी दुर्मत आखे दोए, आवे जाए मर दूजा होए। धरन गगन न देखो दोए, नारी पुरख सबाई लोए। रव सस देखो दीपक उजियाला, सर्ब निरंतर प्रीतम बाला। कर कृपा मेरा चित लाया, सतगुर मौको एक बुझाया। एक निरंजन गुरमुख जाता, दूजा मार शब्द पछाता। एको हुक्म वरतै सब लोई, एक सते सब ओपत होई। राह दो मैं खसम एको जान, गुर कै शब्द हुक्म पछान। सगल रूप वर्ण मन माही, कहो नानक एको सालाही। सगल रूप वर्ण मन माही, कहो नानक एको सालाही। वाहिगुरु जी का खालसा, वाहिगुरु जी की फतेह। ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦਾ ਆਨੰਦ ਮਾਣ ਰਹੇ ਵਡਭਾਗੀ ਜਨੋ, ਸਾਹਿਬਾਂ ਨੇ ਅਪਾਰ ਬਖਸ਼ਿਸ਼ ਕੀਤੀ ਹੈ। ਆਪ ਜੀ ਰੋਜ਼ਾਨਾ ਇਸ ਵੇਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ ਸਰਵਣ ਕਰਦੇ ਹੋ। ਅੱਜ ਦਾ ਪਾਵਨ ਸ਼ਬਦ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੁਆਰਾ ਉਚਾਰਨ ਕੀਤਾ ਹੋਇਆ ਹੈ। ਗੌੜੀ ਰਾਗ ਦੇ ਵਿੱਚ ਬਖਸ਼ਿਸ਼ ਹੋਇਆ। ਪਾਵਨ ਸ਼ਬਦ ਸਤਿਗੁਰੂ ਜੀ ਨੇ ਸਾਡੇ ਸਾਹਮਣੇ ਉਸ ਪਰਮਾਤਮਾ ਦੇ ਸਰੂਪ ਨੂੰ ਬਿਆਨ ਕੀਤਾ ਹੈ। ਸਾਹਿਬ ਜੀ ਕਹਿੰਦੇ ਨੇ, ਦੂਜਾ ਕੌਣ ਕਹਾ ਨਹੀਂ ਕੋਈ, ਸਭ ਮਹਿ ਏਕ ਨਿਰੰਜਨ ਸੋਈ। ਜਿਨ੍ਹਾਂ ਕੰਟਰੀਜ਼ ਦੇ ਵਿੱਚ ਅਸੀਂ ਰਹਿੰਦੇ ਹਾਂ, ਵੈਸਟ ਦੇ ਵਿੱਚ ਇੱਕ ਪਰਮਾਤਮਾ ਤੇ ਇੱਕ ਸ਼ੈਤਾਨ, ਇਹ ਦੋ ਚੀਜ਼ਾਂ ਮੰਨੀਆਂ ਜਾਂਦੀਆਂ ਨੇ। ਇਸਲਾਮ ਵੀ ਸ਼ੈਤਾਨ ਦੀ ਹੋਂਦ ਨੂੰ ਮੰਨਦਾ ਹੈ ਤੇ ਉਹ ਗੱਲ ਕਹਿੰਦਾ ਹੈ ਕਿ ਸ਼ੈਤਾਨ ਤੇ ਰੱਬ ਜੀ ਦੋਵੇਂ ਲਗਭਗ ਬਰਾਬਰ ਦੀਆਂ ਤਾਕਤਾਂ ਨੇ। ਗੁਰਮਤਿ ਨੇ ਜਿਵੇਂ ਖਾਸ ਤੌਰ ਤੇ ਹਿੰਦੁਸਤਾਨੀ ਮਤਾਂ ਦੇ ਵਿੱਚ ਪਰਮਾਤਮਾ ਤੇ ਮਾਇਆ ਦਾ ਕੰਸੈਪਟ ਆਇਆ। ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਰੂਪ ਤੋਂ ਮਾਇਆ ਨੂੰ ਪੈਦਾ ਕੀਤਾ, ਉਸੇ ਮਾਇਆ ਤੋਂ ਸਾਰਾ ਸੰਸਾਰ ਪੈਦਾ ਹੋਇਆ। ਜਦੋਂ ਜੀਵ ਪੈਦਾ ਕਰਨ ਵਾਲੇ ਵਾਹਿਗੁਰੂ ਨੂੰ ਛੱਡ ਕੇ ਮਾਇਆ ਦੇ ਨਾਲ ਜੁੜਦਾ ਹੈ, ਸਿਰਫ ਸੰਸਾਰ ਦੇ ਨਾਲ ਜੁੜਦਾ ਹੈ, ਤਾਂ ਉਹਦੇ ਜੀਵਨ ਵਿੱਚ ਸੰਸਾਰ ਦੀ ਪ੍ਰਾਪਤੀ ਦੀ ਇੱਛਾ ਇੰਨੀ ਵੱਧ ਜਾਂਦੀ ਹੈ ਵੀ ਉਹਦੇ ਪਿੱਛੇ ਉਹ ਸ਼ੁਭ ਕਰਮਾਂ ਦਾ ਤਿਆਗ ਕਰ ਦਿੰਦਾ। ਸਮਾਜ ਵਿੱਚ ਇਹੋ ਪ੍ਰੋਬਲਮ ਹੈ। ਤਰੱਕੀ ਹਰ ਮਨੁੱਖ ਨੂੰ ਚਾਹੀਦੀ ਹੈ, ਮਨੁੱਖ ਕੋਸ਼ਿਸ਼ ਕਰਦਾ ਹੈ, ਪਰ ਜਦੋਂ ਸੰਸਾਰ ਦੇ ਪਦਾਰਥਾਂ ਪਿੱਛੇ, ਸੰਸਾਰ ਦੀ ਵਾਹ ਵਾਹ ਪਿੱਛੇ
ਮਨੁੱਖ ਦਇਆ ਧਰਮ ਸਤ ਸੰਤੋਖ ਦਾ ਤਿਆਗ ਕਰਦਾ ਹੈ, ਪਰ ਉਪਕਾਰ ਨੂੰ ਛੱਡ ਕੇ ਜਦੋਂ ਮਨੁੱਖ ਇੱਕ ਦੂਜੇ ਨਾਲ ਈਰਖਾ, ਦਵੈਤ, ਨਿੰਦਿਆ, ਚੋਰੀ, ਠੱਗੀ, ਧੋਖਾਧੜੀਆਂ ਕਰਦਾ ਹੈ, ਇਹ ਜਿਹੜੇ ਸਾਰੇ ਔਗਣ ਨੇ ਇਹ ਮਾਇਆ ਦਾ ਰੂਪ ਨੇ। ਤੇ ਸਤ ਸੰਤੋਖ, ਦਇਆ, ਧਰਮ, ਧੀਰਜ ਇਹ ਧਰਮ ਦਾ ਪਰਮਾਤਮਾ ਦਾ ਰੂਪ ਨੇ। ਸਾਹਿਬ ਮਹਾਰਾਜ ਕਹਿ ਲਗੇ ਹੈ ਉਸੇ ਦੀ ਹੀ ਖੇਲ। ਜਦੋਂ ਅਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ ਤੇ ਉਹਦੇ ਵਿੱਚ ਮਾਇਆ ਦਾ ਕੰਸੈਪਟ ਆਇਆ ਹੈ। ਪਰ ਕਹਿੰਦੇ ਨੇ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ। ਇੱਕ ਮਾਇਆ ਹੈ, ਉਹਨੇ ਜੁਗਤੀ ਨਾਲ ਆਪਣੇ ਤਿੰਨ ਚੇਲੇ ਬਣਾ ਲਏ। ਇਹ ਗੱਲ ਹਿੰਦੂ ਮੈਥੋਲੋਜੀ ਮੰਨਦੀ ਹੈ। ਸਾਨੂੰ ਇਹ ਸ਼ਬਦ ਚੰਗੀ ਤਰ੍ਹਾਂ ਪੜ੍ਹਨਾ ਪੈਣਾ, ਕਿਉਂਕਿ ਕਈ ਵਾਰੀ ਇਹ ਸ਼ਬਦ ਬੋਲ ਕੇ ਕਿਹਾ ਜਾਂਦਾ ਦੇਖੋ ਜੀ ਗੁਰੂ ਸਾਹਿਬ ਵੀ ਤੇ ਕਹਿ ਰਹੇ ਨੇ ਤਿੰਨ ਦੇਵਤੇ ਨੇ। ਹਿੰਦੂ ਮੈਥੋਲੋਜੀ ਇਹ ਨਹੀਂ ਦੱਸਦੀ ਵੀ ਸ਼ਿਵ ਕਿੱਥੋਂ ਪੈਦਾ ਹੋਇਆ, ਬ੍ਰਹਮਾ ਕਿੱਥੋਂ ਪੈਦਾ ਹੋਏ ਨੇ, ਜਾਂ ਵਿਸ਼ਨੂੰ ਕਿੱਥੋਂ ਪੈਦਾ ਹੋਇਆ। ਉਹ ਇਹ ਕਹਿੰਦੇ ਵੀ ਮਾਇਆ ਤੋਂ ਤਿੰਨੇ ਦੇਵਤੇ ਬਣੇ, ਤਿੰਨਾਂ ਦੇਵਤਿਆਂ ਨੇ ਅੱਗੇ ਸੰਸਾਰ ਬਣਾਇਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸ਼ਬਦ ਹੈ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਇੱਕ ਸੰਸਾਰ ਨੂੰ ਪੈਦਾ ਕਰਦਾ ਹੈ, ਇੱਕ ਸੰਸਾਰ ਨੂੰ ਪਾਲਦਾ ਹੈ, ਇੱਕ ਸੰਸਾਰ ਨੂੰ ਮਾਰਦਾ ਹੈ। ਮਹਾਰਾਜ ਕਹਿੰਦੇ ਹਿੰਦੂ ਧਰਮ ਦਾ ਥਾਟ ਹੈ। ਤੇ ਸਤਿਗੁਰੂ ਨੂੰ ਪੁੱਛਿਆ ਜਾਂਦਾ ਮਹਾਰਾਜ ਤੁਹਾਡੀ ਵਿਚਾਰ ਕੀ ਹੈ? ਤਾਂ ਹਿੰਦੂ ਵਿਚਾਰਧਾਰਾ ਹੈ ਕਿ ਪੈਦਾ ਕਰਨ ਵਾਲਾ ਵੱਖਰਾ ਹੈ, ਪਾਲਣ ਵਾਲਾ ਵੱਖਰਾ ਹੈ, ਮਾਰਨ ਵਾਲਾ ਵੱਖਰਾ ਹੈ। ਸਤਿਗੁਰੂ ਮਹਾਰਾਜ ਜੀ ਨੇ ਉੱਥੇ ਫਿਰ ਜਵਾਬ ਦਿੱਤਾ। ਮਹਾਰਾਜ ਕਹਿਣ ਲੱਗੇ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ। ਅਕਾਲ ਪੁਰਖ ਵਾਹਿਗੁਰੂ ਨੂੰ ਜਿਵੇਂ ਭਾਉਂਦਾ ਹੈ, ਜਿਵ ਤਿਸ ਭਾਵੈ ਤਿਵੈ ਚਲਾਵੈ, ਸਾਰੇ ਸੰਸਾਰ ਨੂੰ ਉਹ ਚਲਾ ਰਿਹਾ ਹੈ। ਕੋਈ ਤਿੰਨ ਦੇਵਤੇ ਵੱਖਰੇ ਵੱਖਰੇ ਨਹੀਂ ਨੇ। ਉਹ ਆਪ ਹੀ ਪੈਦਾ ਕਰਨ ਵਾਲਾ ਹੈ, ਉਹ ਆਪ ਹੀ ਪਾਲਣ ਵਾਲਾ ਹੈ, ਉਹ ਆਪ ਹੀ ਮਾਰਨ ਵਾਲਾ ਹੈ। ਇਹ ਗੁਰਮਤਿ ਦਾ ਵੱਖਰਾ ਕੰਸੈਪਟ ਹੈ। ਜਦੋਂ ਗੱਲ ਆਉਂਦੀ ਹੈ ਮਾਰੇ ਰਾਖੈ ਏਕੋ ਆਪ, ਹਰ ਬਿਨ ਕੋਈ ਮਾਰ ਜੀਵਾਲ ਨਾ ਸਕੈ, ਮਨ ਹੋਏ ਨਿਚਿੰਦ ਨਿਸਲ ਹੋਏ ਰਹੀ ਹੈ। ਇਹਦਾ ਮਤਲਬ ਪੈਦਾ ਕਰਨ ਵਾਲਾ ਵੀ ਉਹ ਆਪ ਹੈ ਤੇ ਮਾਰਨ ਵਾਲਾ ਵੀ ਉਹ ਆਪ ਹੈ। ਫਿਰ ਵਿੱਚ ਰਹਿ ਗਿਆ ਪਾਲਣਾ ਕਰਨ ਵਾਲਾ। ਸਤਿਗੁਰੂ ਕਹਿਣ ਲੱਗੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ। ਪਾਲਣ ਵਾਲਾ ਵੀ ਇੱਕ ਹੀ ਵਾਹਿਗੁਰੂ ਹੈ। ਉਚਾਰਨ ਕਰਿਓ ਸਤਨਾਮ ਸ੍ਰੀ ਵਾਹਿਗੁਰੂ। ਇਹ ਗੁਰਮਤਿ ਦਾ ਕੰਸੈਪਟ ਕੁਝ ਸਮਝਣਾ ਪਏਗਾ। ਮਾਰੇ ਕਹਿ ਲਗੇ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ। ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵੈਡਾਨ। ਕਹਿ ਲਗੇ ਜਿੰਨਾ ਤੁਸੀਂ ਸਮਝਦੇ ਹੋ ਪਰਮਾਤਮਾ ਤੋਂ ਕਿਤੇ ਗਾਂ ਦੀ ਗੱਲ ਹੈ। ਤੇ ਸਤਿਗੁਰੂ ਫਿਰ ਅੱਜ ਦੇ ਸ਼ਬਦ ਵਿੱਚ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪਾਵਨ ਸ਼ਬਦ ਹੈ। ਮਾਰੇ ਕਹਿੰਦੇ ਦੂਜਾ ਕੌਣ ਕਹਾ ਨਹੀਂ ਕੋਈ। ਮੈਂ ਕਿਹਦੇ ਬਾਰੇ ਕਹਾਂ? ਮੈਨੂੰ ਕੋਈ ਦੂਸਰਾ ਨਜ਼ਰ ਨਹੀਂ ਆਉਂਦਾ ਤਾਂ ਮੈਂ ਕਹਾਂ ਵੀ ਰੱਬ ਜੀ ਤੋਂ ਬਿਨਾਂ ਕੋਈ ਦੂਸਰੀ ਹਸਤੀ ਹੈ। ਕਿਉਂਕਿ ਜੇ ਸਾਡੀ ਹਸਤੀ ਅਸੀਂ ਆਪਣੀ ਵੱਖਰੀ ਹਸਤੀ ਸਮਝੀਏ, ਵਾਹਿਗੁਰੂ ਵੱਖਰਾ ਹੈ, ਅਸੀਂ ਵੱਖਰੇ ਹਾਂ, ਤੇ ਫਿਰ ਸਾਡੀ ਹੋਂਦ ਖਤਮ ਹੋ ਗਈ ਤੇ ਫਿਰ ਵਾਹਿਗੁਰੂ ਜੀ ਦੀ ਹੋਂਦ ਵੀ ਖਤਮ ਹੋਣੀ ਚਾਹੀਦੀ ਹੈ। ਮਹਾਰਾਜ ਕਹਿੰਦੇ ਤੁਸੀਂ ਹੋ ਨਹੀਂ ਹੋ, ਪਰ ਰੱਬ ਜੀ ਦੀ ਹੋਂਦ ਸਦੀਵੀ ਹੈ। ਸਹਿਬ ਸਤਿਗੁਰੂ ਮਹਾਰਾਜ ਜੀ ਨੇ ਇਹ ਬਖਸ਼ਿਸ਼ ਸਾਡੇ ਤੇ ਕੀਤੀ। ਭਗਤ ਰਵਿਦਾਸ ਜੀ ਦਾ ਇੱਕ ਸ਼ਬਦ ਆਇਆ ਹੈ, ਉਹ ਰਹਾਉ ਦੀਆਂ ਪੰਕਤੀਆਂ 'ਚ ਭਗਤ ਜੀ ਕਹਿੰਦੇ ਨੇ ਮਾਧਵੇ ਕਿਆ ਕਹੀਏ ਭਰਮ ਐਸਾ। ਰੱਬ ਜੀ ਸਾਡੇ ਜੀਵਨ ਵਿੱਚ ਇਹੋ ਜਿਹਾ ਭਰਮ ਪੈ ਚੁੱਕਿਆ, ਕੀ ਦੱਸੀਏ। ਜੈਸਾ ਮਾਨੀਏ ਹੋਏ ਨਾ ਤੈਸਾ। ਭਰਮ ਇਸ ਨੂੰ ਕਹਿੰਦੇ ਆ। ਜਿਹੋ ਜਿਹਾ ਅਸੀਂ ਮੰਨ ਕੇ ਚੱਲਦੇ ਹਾਂ ਹੁੰਦਾ ਨਹੀਂ। ਅਸੀਂ ਕਹਿੰਦੇ ਮੈਂ ਤਾਂ ਭਰਮ ਵਿੱਚ ਹੀ ਸੀ ਵੀ ਇਹ ਗੱਲ ਹੋਏਗੀ, ਹੋਈ ਨਹੀਂ। ਹੁਣ ਭਰਮ ਇਹ ਹੈ ਕਿ ਮਨੁੱਖ ਸੋਚਦਾ ਹੈ ਵੀ ਲਾਲ ਰੰਗ ਦਾ ਧਾਗਾ, ਕਾਲਾ ਧਾਗਾ ਬੰਨ ਕੇ ਮੈਂ ਸੁਖੀ ਹੋ ਜਾਵਾਂਗਾ। ਵਹਿਮ ਹੈ, ਭਰਮ ਹੈ। ਇਸ ਤਰ੍ਹਾਂ ਤਾਂ ਸੁਖੀ ਨਹੀਂ ਹੋ ਸਕਦਾ। ਜਾਂ ਮਨੁੱਖ ਇਹ ਗੱਲ ਕਹੇ ਵੀ ਉਹ ਸਾਹਮਣੇ ਜਿਹੜੇ ਪਾਰਕ ਦੇ ਵਿੱਚ ਰੁੱਖ ਨੇ ਉਹਨਾਂ ਨੂੰ ਧਾਗਾ ਬੰਨ ਕੇ ਮੈਂ ਸੁਖੀ ਹੋ ਜਾਵਾਂਗਾ, ਨਹੀਂ ਹੋ ਸਕਦਾ, ਵਹਿਮ ਹੈ। ਇਸ ਤਰ੍ਹਾਂ ਭਰਮ ਦੇ ਵਿੱਚ ਜਿਉ ਰਿਹਾ। ਪਰ ਇੱਥੇ ਜਿਸ ਭਰਮ ਦੀ ਗੱਲ ਭਗਤ ਰਵਿਦਾਸ ਜੀ ਕਰਦੇ ਨੇ, ਉਹ ਕਹਿੰਦੇ ਨੇ ਵਾਹਿਗੁਰੂ ਜੀ ਸਾਨੂੰ ਭਰਮ ਹੈ ਕਿ ਅਸੀਂ ਤੇਰੇ ਤੋਂ ਵੱਖ ਹਾਂ ਤੇ ਤੂੰ ਸਾਡੇ ਤੋਂ ਵੱਖ ਹੈ। ਭਈ ਰੱਬ ਜੀ ਕੋਈ ਹੋਰ ਨੇ, ਸਾਡੀ ਹੋਂਦ ਕੋਈ ਵੱਖਰੀ ਹੈ। ਮਾਧਵੇ ਕਿਆ ਕਹੀਏ ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ। ਭਗਤ ਜੀ ਕਹਿ ਲਗੇ ਫਿਰ ਰੱਬ ਜੀ ਦੀ ਤੇ ਸਾਡੀ ਹੋਂਦ ਕਿਸ ਤਰ੍ਹਾਂ ਦੀ ਹੈ?
कह लगे नरपत एक सिंघासन सोया सुपने भया भिखारी। कह लगे हाँ असीं सारे रब जी का रूप। एक राजा सौ गया, सुपने दे विचों मंगता बन गया। नरपत एक सिंघासन सोया सुपने भया भिखारी। सुता पिया नींद आ गई, सुपने विच भिखारी बन गया। अछत राज बिशरत दुख पाया। राज भाग हुंदिया होया, सारा कुछ हुंदिया होया सुपने दे विच उहनूं भिखारी भीख मंगनी पई है। अछत राज बिशरत दुख पाया सोगत भई हमारी। कह लगे भरम ये सी भी वाहिगुरू वखरा है, असीं वखरे हाँ, ते इस भरम दे विच ही असीं ये गल भुल गए भी असीं वाहिगुरू जी दे पैदा कीते होए हां, सानूं ते दुनिया च कमी कोई नहीं। महाराज बाणी सानूं हौसला दिंदे कह लगे जागा मीत साजन है समिया तिस जन को कहो काकी कमिया। जागी प्रीत गोबिंद स्यों लागी दुख दर्द भ्रम तांका भागी। असीं तुहानूं विसारिया होया ते समझे होया रब वखरा, असीं वखरे हां, तुसीं तां साडे विच ही हो। भगत जी ने फिर होर गल कीती, कह लगे अलंकार मिल थैली होई है तांते कनक वखानी। एक होर उदाहरण दे दी, राज भुयंग प्रसंग जैसे है अब कछ मर्म जनाया। राज भुयंग, राज कहते ने रस्सी नूं, भुयंग कहते सप नूं। वहम बन गया, किते रस्सी डिगी पई सी, राहगीर लग्या उहनूं सप लग्या, उहने रौला पा दिता ते जदों रोशनी कीती तां वो सप नहीं रस्सी सी। भगत जी कहने कि ये भरम है जिंदगी का, ये माया वखरी है। माया तो डरदा होया मनुख, संसार दीयां जरूरतां तो डरदा होया मनुख वाहिगुरू तेरे तो दूर होया बैठा। अलंकार मिल थैली होई है तांते कनक बखानी। गुरु अर्जन देव महाराज कहते तुसीं सोना लै लो, सोने के 36 तरह के गहने बन जाते हैं, कोई हाथ दे, कोई सिर दे, कोई पैरों दे, कोई गले का बन जाता है। पर कहते जदों सारे गहणियां नूं तुसीं एक जगह ते फिर गाड़ दिओ, अग दे विच ढाल दिओ, वो फिर सोना बन जाते हैं। इस तरह वाहिगुरू जी असीं सारे ही तुहाडे तो पैदा होए हां, तुहाडे विच ही मिल जाना। सगल बनस्पत मैं पै संतर सगल दूध मैं घीया। ऊच नीच मैं जोत समाणी घट घट माधो जीया। वाहिगुरू सारियां दे विच वस रहा है। धन गुरु नानक साहब महाराज कहते मैनूं सारियां विच वसदा नजर आ रहा। सब मैं एक निरंजन सोई। निरंजन का अर्थ है माया की कालक तो रहत। संसार विच कईयां ने इस माया का त्याग करके ते माया तो बचन की कोशिश की है। उन्होंने अपना एक थॉट सी कि रोज घर च रहीदा है, घरां दे कम्मां काजां करके साडे कोलों वाहिगुरू की बंदगी नहीं हुंदी, परिवार के झंझट ने, सारा कुछ इहनूं छड्डो ते रब की बंदगी कर लो। वो जोगी बन गए, सन्यासी बन गए, ब्रह्मचारी बन गए। जो घर बार छड्डिया, सारा कुछ छड्डिया, तो फिर हुण बंदा रोटी तो त्याग कर सकता पर भुख का त्याग नहीं ना कर सकता, ये कुदरत वालों मिली हुई है। फिर की होया, फिर जो प्रसादे की भुख लगी, वो कहता मैं तो नाम ही जपना है, मैं तो रब जी की बंदगी करनी है, मैं तो किरत नहीं करांगा। फिर वो दूसरिया के हथ मंगना शुरू कर देता है। गुरु नानक साहब महाराज सच्चे पातशाह प्रवान नहीं करते। मारे क्या लगे भी धर्म का हिस्सा है भी सब तो पहलों तू अपनी किरत करके अपनी ते अपने परिवार की रोटी का प्रबंध करे। ये तां हो सकता है जो तेनों पहलों धर्म की समझ आवे। वैसे असीं आम तौर पर यो ही कहते आए हैं किरत करो नाम जपो वंड छको, पर कंसैप्ट थोड़ा हो रहा है। कंसैप्ट है नाम जपो किरत करो वंड छको। नाम जपण का मतलब सी वाहिगुरू जी नूं सुरत विच रख के चंगे काम करने। किरत तां बहुत सारे लोग करते हैं। किरत वो भी कहता ना बंदा जो रात को रिश्वत का लाख 2 लाख रुपया लिया के घर रख लेंदा, कहता मैं भी सारी दिहाड़ी किरती करके आया। पर किरत चंगी है कि माड़ी है, इसका ज्ञान तेनों धर्म देगा, इसका ज्ञान तेनों नाम देगा। इस करके नाम जपण का मतलब सी प्रभु का चिंतन करना। ते जदों धर्म की शरण में गए तो हर दुनिया के धर्म ने एक गल कही भाई परमात्मा बड़ा बड़ा दानी है, निरंजन माया की कालक तो रहत है, वो माया तो रहत है। ते परमात्मा हर एक नूं दाता देंदा है। सबना जियां का एक दाता सो मैं विसर न जाई। दाता दात रखी हथ अपने जिस भावै तिस दे आदिक प्रमाण ने।
ਭਈ ਵਾਹਿਗੁਰੂ ਦੇਂਦਾ ਹੈ, ਦੇਂਦਾ ਦੇ ਲੈਂਦੇ ਥਕ ਪਾਏ। ਤੇ ਜਦੋਂ ਧਰਮ ਦੀ ਸਮਝ ਆਈ ਕਿ ਜਿਸ ਵਾਹਿਗੁਰੂ ਦੀ ਮੈਂ ਬੰਦਗੀ ਕਰਨੀ ਹੈ, ਸਿਮਰਨ ਕਰਨਾ ਹੈ, ਉਹ ਦਾਤ ਦੇਣ ਵਾਲਾ ਹੈ, ਤੇ ਸਭ ਤੋਂ ਪਹਿਲਾਂ ਫਿਰ ਧਰਮ ਵਿੱਚ ਇਹ ਗੱਲ ਆਈ ਕਿ ਮੈਂ ਵੀ ਕੁਝ ਦੇਣਾ ਹੈ। ਉਸ ਤੋਂ ਪਹਿਲਾਂ ਆਇਆ ਕਰਤਾ ਪੁਰਖ, ਵਾਹਿਗੁਰੂ ਕਰ ਰਿਹਾ ਹੈ, ਉਹ ਹਰ ਵੇਲੇ ਸੰਸਾਰ ਵਿੱਚ ਉਹਦੀ ਰਜ਼ਾ ਵਿੱਚ, ਉਹਦੀ ਕੁਦਰਤ ਵਿੱਚ ਹੋ ਰਿਹਾ ਹੈ। ਤੇ ਫਿਰ ਮਹਾਰਾਜ ਕਹਿੰਦੇ ਧਰਮੀ ਮਨੁੱਖ ਦੇ ਮਨ ਵਿੱਚ ਆਉਂਦਾ ਕਿ ਮੈਂ ਵੀ ਕੁਝ ਕਰਨਾ ਹੈ, ਮੈਂ ਵੀ ਕੁਝ ਸਮਾਜ ਵਿੱਚ ਰਹਿ ਕੇ ਕਰਨਾ ਹੈ, ਘਰ ਬਾਰ ਵਿੱਚ ਰਹਿ ਕੇ ਕੁਝ ਨਾ ਕੁਝ ਸਿਰਜਣਾ ਹੈ ਚੰਗਾ। ਇਸੇ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਧਰਮ ਬਣਿਆ ਘਾਲ ਖਾਏ ਕਿਛ ਹੱਥੋਂ ਦੇ, ਕਿਰਤ ਕਰੇ ਦਸਾਂ ਨੌਆਂ ਦੀ। ਆਪਣੀ ਮਿਹਨਤ ਦੀ, ਇਮਾਨਦਾਰੀ ਦੀ ਰੋਟੀ ਕਮਾਏ। ਫਿਰ ਦੂਸਰਾ ਆਇਆ ਕਿਛ ਹੱਥੋਂ ਦੇ, ਕਿਉਂਕਿ ਰੱਬ ਜੀ ਸਾਨੂੰ ਦੇ ਰਹੇ ਨੇ, ਇਸ ਕਰਕੇ ਰੱਬ ਦੀਆਂ ਦਿੱਤੀਆਂ ਦਾਤਾਂ ਵਿੱਚੋਂ ਕੁਝ ਅੱਗੇ ਵੰਡਣਾ ਸੀ। ਨਾਨਕ ਰਾਹ ਪਛਾਣੇ ਸੇ, ਉਸੇ ਮਨੁੱਖ ਨੂੰ ਧਰਮ ਦੀ ਪਹਿਚਾਣ ਆਵੇਗੀ। ਸੋ ਇਸ ਕਰਕੇ ਮਾਇਆ ਦਾ ਤਿਆਗੀ ਨਹੀਂ ਹੋ ਸਕਦਾ ਕੋਈ ਵੀ। ਕਬੀਰ ਜੀ ਦਾ ਇੱਕ ਸ਼ਬਦ ਆਇਆ, ਕਹੋ ਕਬੀਰ ਜਿਸ ਉਦਰ ਤਿਸ ਮਾਇਆ। ਜਿਸ ਮਨੁੱਖ ਨੂੰ ਪੇਟ ਲੱਗਾ ਹੋਇਆ ਸੰਸਾਰ ਦੇ ਜਿਸ ਵੀ ਜੀਵ ਨੂੰ, ਮਾਇਆ ਦਾ ਪ੍ਰਭਾਵ ਉਹਦੇ ਤੇ ਹੈ ਹੀ ਹੈ। ਇੱਥੇ ਸਤਿਗੁਰੂ ਕਹਿ ਲੱਗੇ ਦੂਜੀ ਮਾਇਆ ਜਗਤ ਵਿੱਚ ਵਾਸ। ਇੱਕ ਵਾਹਿਗੁਰੂ ਹੈ, ਵਾਹਿਗੁਰੂ ਸਾਡੇ ਸਾਰਿਆਂ 'ਚ ਵਸਦਾ ਹੈ, ਪਰ ਅਸੀਂ ਵਾਹਿਗੁਰੂ ਨੂੰ ਭੁਲਾ ਕੇ ਮਾਇਆ ਦੇ ਨਾਲ ਜੁੜੇ ਹੋਏ ਹਾਂ। ਸਾਡੇ ਹਿਰਦੇ ਵਿੱਚ ਬਿਖ ਅੰਮ੍ਰਿਤ ਵਸੈ ਇੱਕ ਸੰਗਾ, ਚੰਗੇ ਗੁਣ ਤੇ ਮਾੜੇ ਔਗਣ ਸਾਡੇ ਵਿੱਚ ਵਸੇ ਹੋਏ ਨੇ। ਮਾਇਆ ਕੀ ਹੈ? ਪ੍ਰਭੂ ਦਾ ਵਿਸਰ ਜਾਣਾ ਮਾਇਆ ਹੈ। ਜਿਵੇਂ ਅਸੀਂ ਆ ਲਾਈਟਾਂ ਬੰਦ ਕਰ ਦਈਏ ਸਾਰੀਆਂ ਤੇ ਹਨੇਰਾ ਹੋ ਜਾਏਗਾ, ਹਨੇਰੇ ਦੀ ਆਪਣੀ ਕੋਈ ਹੋਂਦ ਨਹੀਂ ਹੈ। ਹਨੇਰਾ ਉੱਥੇ ਹੈ ਜਿੱਥੇ ਰੌਸ਼ਨੀ ਨਹੀਂ ਹੈ, ਮਾਇਆ ਉੱਥੇ ਹੈ ਜਿੱਥੇ ਪ੍ਰਭੂ ਨਹੀਂ ਹੈ। ਮਹਾਰਾਜ ਜੀ ਕਹਿ ਲਗੇ ਕੀਤਾ ਕਿ ਮਨੁੱਖ ਨੇ ਚੇਤੇ ਵਿੱਚ ਰੱਖਣਾ ਸੀ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਇਹ ਚੇਤਾ ਭੁੱਲ ਗਿਆ ਭਈ ਮੈਂ ਰੱਬ ਜੀ ਦਾ ਪੁੱਤਰ ਹਾਂ, ਮੈਨੂੰ ਰੱਬ ਜੀ ਨੇ ਇੱਥੇ ਚੰਗੇ ਕੰਮ ਕਰਨ ਵਾਸਤੇ ਭੇਜਿਆ ਹੈ, ਸੇਵਾ ਸਿਮਰਨ ਵਾਸਤੇ ਭੇਜਿਆ, ਚੇਤਾ ਭੁੱਲ ਗਿਆ। ਫਿਰ ਕੀ ਲੱਗਾ ਭਈ ਥੋੜੇ ਥੋੜੇ ਪੈਸੇ, ਸੰਸਾਰ ਦੀ ਦੌਲਤ ਇਕੱਠੀ ਕਰਨ ਵਾਲੇ ਪਾਸੇ ਤੁਰ ਪਿਆ। ਉਹ ਜਿੰਨੀ ਅਸੀਂ ਇਕੱਠੀ ਕਰਦੇ ਗਏ ਉਨੀ ਲਾਲਸਾ ਹੋਰ ਵੱਧਦੀ ਗਈ, ਕਿਸੇ ਦੀ ਲਾਲਸਾ ਖਤਮ ਨਹੀਂ ਹੋਈ। ਮਹਾਰਾਜ ਨੇ ਬਾਣੀ 'ਚ ਕਿਹਾ, ਕਹਿ ਲਗੇ ਵੱਧ ਤੋਂ ਵੱਧ ਕੋਸ਼ਿਸ਼ ਕਰਕੇ ਤੁਸੀਂ ਰਾਜੇ ਜਾਂ ਬਾਦਸ਼ਾਹ ਬਣ ਜਾਓਗੇ, ਬਹੁਤ ਅਮੀਰ ਬਣ ਜਾਓਗੇ। ਫਿਰ ਕੀ ਹੋਵੇਗਾ? ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕਿ ਤ੍ਰਿਸ਼ਨ ਨਾ ਬੂਝੀ। ਉਹਨਾਂ ਦੀ ਵੀ ਜਿਹੜੀਆਂ ਇੱਛਾਵਾਂ ਨੇ ਖਤਮ ਨਹੀਂ ਹੋ ਸਕੀਆਂ, ਵਧਦੀਆਂ ਗਈਆਂ, ਵਧਦੀਆਂ ਗਈਆਂ। ਕਿਉਂਕਿ ਵਾਹਿਗੁਰੂ ਦਾ ਨਾਮ ਹੀ ਸਾਨੂੰ ਸੰਤੋਖ ਦੇ ਸਕਦਾ ਹੈ, ਪਰ ਵਾਹਿਗੁਰੂ ਦਾ ਨਾਮ ਜਿੱਥੇ ਨਹੀਂ ਹੈ ਉੱਥੇ ਤ੍ਰਿਸ਼ਨਾ ਦੀ ਅੱਗ ਹੈ। ਦੂਜੀ ਮਾਇਆ ਜਗਤ ਵਿੱਚ ਵਾਸ, ਕਾਮ ਕ੍ਰੋਧ ਅਹੰਕਾਰ ਵਿਨਾਸ਼। ਇਸ ਫਿਰ ਮਾਇਆ ਦੇ ਚਿੰਤਨ ਕਰਕੇ ਮਨੁੱਖ ਦਾ ਜੀਵਨ ਕਾਮ ਦੇ ਵਿੱਚ, ਕ੍ਰੋਧ ਦੇ ਵਿੱਚ, ਹੰਕਾਰ ਦੇ ਵਿੱਚ ਖਤਮ ਹੋ ਜਾਂਦਾ, ਆਤਮਿਕ ਜੀਵਨ ਖਤਮ ਹੋ ਜਾਂਦਾ। ਇਸੇ ਕਰਕੇ ਸਮਾਜ ਵਿੱਚ ਜਿੰਨੀਆਂ ਪ੍ਰੋਬਲਮਸ ਨੇ, ਜਾਂ ਉਹ ਕਾਮ ਕਰਕੇ ਨੇ, ਜਾਂ ਉਹ ਕ੍ਰੋਧ ਕਰਕੇ ਨੇ, ਬੰਦੇ ਦਾ ਗੁੱਸਾ ਵੱਧ ਗਿਆ, ਉਹ ਕਿਸੇ ਨੂੰ ਕਤਲ ਕਰ ਰਿਹਾ, ਕਿਸੇ ਨੂੰ ਮਾਰ ਰਿਹਾ, ਕਿਸੇ ਨੂੰ ਲੁੱਟ ਰਿਹਾ ਹੈ, ਜਾਂ ਹੰਕਾਰ ਕਰਕੇ ਹੈ, ਉਹ ਸਮਾਜ ਦਾ ਹਿੱਸਾ ਬਣ ਕੇ ਨਹੀਂ ਚੱਲਦਾ, ਸਮਾਜ ਨੂੰ ਆਪਣੇ ਅਧੀਨ ਰੱਖਣਾ ਚਾਹੁੰਦਾ ਹੈ। ਇਹ ਪ੍ਰੋਬਲਮਸ ਇਹੋ ਹੀ ਸਮਾਜ ਦੀਆਂ ਨੇ। ਸਤਿਗੁਰੂ ਕਹਿ ਲਗੇ ਮਨੁੱਖ ਆਤਮਿਕ ਜੀਵਨ ਤੇ ਸਮਾਜ ਦੀ ਸ਼ਾਂਤੀ ਇਹਨਾਂ ਔਗਣਾਂ ਕਰਕੇ ਖਤਮ ਕਰ ਦਿੰਦਾ ਹੈ। ਫਿਰ ਸਾਹਿਬ ਜੀ ਕਹਿ ਲਗੇ ਦੂਜੀ ਦੁਰਮਤ ਆਖੈ ਦੋਏ। ਸਤਿਗੁਰੂ ਜੀ ਕਹਿੰਦੇ ਜਿਹੜੀ ਦੂਜੀ ਗੱਲ ਹੈ, ਵਾਹਿਗੁਰੂ ਤੋਂ ਵਿੱਥ ਪੈਦਾ ਕਰਨ ਵਾਲੀ ਹੈ, ਉਹ ਭੈੜੀ ਮੱਤ ਹੈ। ਪਰਮਾਤਮਾ ਦੀ ਵਿੱਥ ਤੋਂ ਪੈਦਾ ਕਰਨ ਵਾਲੀ ਇਹ ਮਾਇਆ। ਸਤਿਗੁਰੂ ਕਹਿੰਦੇ ਮਾਇਆ ਕੀ? ਵਾਹਿਗੁਰੂ ਜੀ ਨੇ ਖੇਡ ਬਣਾ ਲਈ। ਜਿਵੇਂ ਘਰ ਦੇ ਵਿੱਚ ਪੈਰੈਂਟਸ ਜਿਹੜੇ ਨੇ ਉਹ ਕਹਿੰਦੇ ਬੱਚੇ ਸਾਨੂੰ ਤੰਗ ਨਾ ਕਰਨ, ਇਹਨਾਂ ਨੂੰ ਟॉयਜ਼ ਲਿਆ ਦਿਓ, ਜਾਂ ਬੱਚੇ ਤੰਗ ਕਰਦੇ ਆ ਜੀ ਸਾਨੂੰ ਵੀਡੀਓ ਗੇਮ ਲੈ ਦਿਓ, ਬੱਚਿਆਂ ਨੂੰ ਗੇਮ ਲੈ ਦਿੱਤੀ ਜਾਂਦੀ ਹੈ। ਹੁੰਦਾ ਕੀ ਹੈ? ਗੇਮ ਮਾਂ ਪਿਓ ਲੈ ਕੇ ਦਿੰਦੇ ਨੇ, ਪਰ ਬੱਚਾ ਗੇਮ ਖੇਡ ਰਿਹਾ ਹੈ ਤੇ ਮਾਂ ਪਿਓ ਕਹਿੰਦੇ ਵੀ ਸਾਨੂੰ ਇੱਕ ਪਾਣੀ ਦਾ ਗਲਾਸ ਦੇ ਦਿਓ। ਕਹਿੰਦਾ ਨਹੀਂ, ਮੈਂ ਤਾਂ ਖੇਡ ਰਿਹਾ ਹਾਂ, ਮੈਂ ਤੁਹਾਨੂੰ ਪਾਣੀ ਨਹੀਂ ਦੇ ਸਕਦਾ, ਮੈਂ ਤਾਂ ਖੇਡ ਰਿਹਾ, ਮੈਂ ਕੋਈ ਕੰਮ ਨਹੀਂ ਕਰ ਸਕਦਾ। ਉਹ ਉਸ ਖੇਡ ਦੇ ਵਿੱਚ ਇੰਨਾ ਜ਼ਿਆਦਾ ਮਸਤ ਹੋ ਜਾਂਦਾ ਹੈ ਵੀ ਜਿਨ੍ਹਾਂ ਨੇ ਉਹ ਗੇਮ ਲੈ ਕੇ ਦਿੱਤੀ ਹੈ, ਜਿਨ੍ਹਾਂ ਨੇ ਉਹ ਫਿਲਮ ਲੈ ਕੇ ਦਿੱਤੀ ਹੈ, ਉਹਨਾਂ ਦੇ ਆਖੇ ਵਿੱਚ ਨਹੀਂ ਆ ਰਿਹਾ। ਗੁਰਮਤ ਅਨੁਸਾਰ ਮਾਇਆ ਖਿਡਾਉਣਾ ਹੈ, ਮਨੁੱਖ ਦੇ ਪਰਚਾਉਣ ਵਾਸਤੇ ਸੀ, ਪਰ ਮਨੁੱਖ ਇਹਦੇ ਨਾਲ ਖੇਡਦਾ ਖੇਡਦਾ ਇੰਨਾ ਮਸਤ ਹੋਇਆ ਵੀ ਰੱਬ ਜੀ ਦਾ ਹੁਕਮ ਹੀ ਭੁੱਲ ਗਿਆ। ਉਚਾਰਨ ਕਰਿਓ ਸਤਿਨਾਮ ਸ੍ਰੀ ਵਾਹਿਗੁਰੂ। ਅੱਜ ਕੱਲ੍ਹ ਕਿ ਪਰਮਾਤਮਾ ਦੀ ਵਿੱਥ ਤੋਂ ਭੈੜੀ ਮੱਤ ਮਨੁੱਖ ਦੇ ਅੰਦਰ ਰਹਿੰਦੀ ਹੈ ਤੇ ਮਾਇਆ ਦੀ ਹਸਤੀ ਪ੍ਰਭੂ ਤੋਂ ਵੱਖਰੀ ਲੱਗਦੀ ਹੈ, ਮਾਇਆ ਵੱਖਰੀ ਲੱਗਦੀ ਹੈ। ਫਿਰ ਲੱਗਦਾ ਵੀ ਇਹ ਜਿਹੜੀਆਂ ਚੀਜ਼ਾਂ ਨੇ ਇਹ ਰੱਬ ਜੀ ਤੋਂ ਉੱਪਰ ਨੇ, ਵਾਹਿਗੁਰੂ ਦੇ ਨਾਮ ਤੋਂ ਉੱਪਰ ਨੇ। ਸਾਹਿਬ ਜੀ ਕਹਿੰਦੇ ਫਿਰ ਕੀ ਹੁੰਦਾ ਹੈ? ਆਵੇ ਜਾਵੇ ਜਾਏ ਮਰ ਦੂਜਾ ਹੋਏ।
ਆਉਂਦਾ ਜਾਂਦਾ, ਕਦੇ ਚੰਗਾ ਬਣ ਜਾਂਦਾ, ਕਦੇ ਮਾੜਾ ਬਣ ਜਾਂਦਾ। ਕਬਹੂ ਊਚ ਨੀਚ ਮੈਂ ਬਸੈ, ਕਬਹੂ ਸੋਗ ਹਰਖ ਰੰਗ ਹਸੈ, ਪਰ ਕਹਿੰਦੇ ਕਬੂ ਹੋਏ ਬਹਿ ਬੜ ਰਾਜਾ, ਕਬੂ ਭਿਖਾਰੀ ਨੀਚ ਕਾ ਸਾਜਾ। ਕਿਧਰੇ ਤੇ ਬੜਾ ਵੱਡਾ ਦਾਨੀ ਬਣ ਜਾਂਦਾ ਹੈ। ਇੰਡੀਆ ਵਿੱਚ ਵਿਆਹਾਂ 'ਚ ਦੇਖੋ, ਸ਼ਰਾਬੀ ਹੋਏ ਬੰਦੇ 2-2, 3-3, 500 ਦੇ ਨੋਟ ਸੁੱਟੀ ਜਾਂਦੇ ਹੈ, ਤੇ ਜਦੋਂ ਕਿਤੇ ਹੋਸ਼ ਆ ਜਾਂਦੀ ਫਿਰ ਲੱਭਦੇ ਫਿਰਦੇ ਆ ਵੀ ਮੇਰੇ ਨੋਟ ਇੱਥੇ ਪਏ ਸੀ। ਮਾਰੇ ਕਹਿੰਦੇ ਅੰਦਰ ਦਾ ਹੈ, ਭਟਕਣਾ ਹੈ। ਕਬਹੂ ਹੋਏ ਬਹਿ ਬੜ ਰਾਜਾ, ਕਬਹੂ ਭਿਖਾਰੀ ਨੀਚ ਕਾ ਸਾਜਾ, ਕਬਹੂ ਅਪਕੀਰਤ ਮੈਂ ਆਵੈ। ਕਦੇ ਨਿੰਦਿਆ ਹੀ ਕਰੀ ਜਾਂਦਾ, ਦੂਸਰਿਆਂ ਨੂੰ ਮਾੜਾ ਹੀ ਕਹੀ ਜਾਂਦਾ। ਕਬਹੂ ਭਲਾ ਭਲਾ ਕਹਾਵੈ, ਕਿਧਰੇ ਫਿਰ ਉਹ ਸਾਰੇ ਨੂੰ ਚੰਗਾ ਕਹਿਣ ਲੱਗ ਪਏ। ਜਦੋਂ ਚੰਗਾ ਕੰਮ ਕਰਦਾ ਹੈ ਸਾਰੇ ਚੰਗਾ ਕਹਿੰਦੇ, ਕਦੇ ਉਹਦੀ ਨਿੰਦਿਆ ਹੋ ਰਹੀ ਹੈ। ਪਰ ਕਹਿੰਦੇ ਹੈ ਕਿ ਜਿਉਂ ਪ੍ਰਭ ਰਾਖੈ ਤਿਵ ਹੀ ਰਹਿ, ਜਿਵੇਂ ਵਾਹਿਗੁਰੂ ਰੱਖਦਾ ਉਵੇਂ ਰਹਿਣਾ ਚਾਹੀਦਾ ਹੈ। ਗੁਰ ਪ੍ਰਸਾਦ ਨਾਨਕ ਸੱਚ ਕਹਿ, ਕਹਿੰਦੇ ਨਾ ਤੇ ਅਸਲ ਵਿੱਚ ਇਹ ਭਿਖਾਰੀ ਹੈ, ਨਾ ਇਹ ਬਾਦਸ਼ਾਹ ਹੈ, ਨਾ ਇਹ ਵਡਿਆਈ ਵਾਲਾ ਹੈ, ਨਾ ਇਹ ਨਿੰਦਿਆ ਵਾਲਾ ਹੈ। ਅਸਲ ਵਿੱਚ ਵਾਹਿਗੁਰੂ ਮਨੁੱਖ ਦਾ ਪੈਦਾ ਕੀਤਾ ਹੋਇਆ ਜੀਵ ਹੈ। ਜਦੋਂ ਉਹ ਸੱਚ ਦੇ ਨਾਲ ਜੁੜ ਜਾਂਦਾ ਹੈ ਫਿਰ ਉਹ ਸੰਸਾਰ ਦੇ ਚੰਗੇ ਤੇ ਮਾੜੇ ਔਗਣਾਂ ਤੋਂ ਵੀ ਉੱਪਰ ਉੱਠ ਜਾਂਦਾ ਹੈ। ਫਿਰ ਉਹ ਜੋ ਵੀ ਕਰਦਾ ਉਹ ਸਰਬੱਤ ਦੇ ਭਲੇ ਦੀ ਗੱਲ ਹੀ ਹੈ। ਜਿਵੇਂ ਗੱਲ ਕਰੀਏ ਖਾਲਸੇ ਦੀ, ਜੇ ਖਾਲਸਾ ਸਰਬੱਤ ਦੇ ਭਲੇ ਵਾਸਤੇ ਲੰਗਰ ਲਾਉਂਦਾ ਹੈ, ਦੇਗ ਚਲਾਉਂਦਾ ਹੈ, ਤੇ ਫਿਰ ਖਾਲਸੇ ਨੂੰ ਗੁਰੂ ਨੇ ਤੇਗ ਦਿੱਤੀ। ਹੈਰਾਨੀ ਦੀ ਗੱਲ ਹੈ, ਇਤਿਹਾਸ ਪੜ੍ਹ ਕੇ ਦੇਖੋ, ਖਾਲਸੇ ਦੀ ਤੇਗ ਨੇ ਹਿੰਦੁਸਤਾਨ ਨੂੰ ਆਜ਼ਾਦੀ ਲੈ ਕੇ ਦਿੱਤੀ। ਤੇਗ ਵੀ ਸਰਬੱਤ ਦੇ ਭਲੇ ਵਾਸਤੇ ਹੈ, ਕਿਉਂਕਿ ਉਹ ਹੁਣ ਸੱਚ ਕਰਮ ਕਰਦਾ ਹੈ। ਜੇ ਉਹ ਲੰਗਰ ਛਕਾ ਕੇ ਕਿਸੇ ਨੂੰ ਜੀਵਨ ਦਿੰਦਾ ਹੈ, ਤੇਗ ਚਲਾ ਕੇ ਕਿਸੇ ਜ਼ਾਲਮ ਨੂੰ ਮਾਰਦਾ ਹੈ, ਦੋਵੇਂ ਪਰਉਪਕਾਰ ਦੇ ਕੰਮ ਨੇ। ਸਾਹਿਬ ਕਹਿਣਗੇ ਫਿਰ ਉਹ ਮਰਦਾ ਜਿਉਂਦਾ ਨਹੀਂ। ਅਦਰਵਾਈਜ਼ ਅਸੀਂ ਇੱਕ ਚੰਗਾ ਕੰਮ ਕਰ ਲੈਂਦੇ, ਇੱਕ ਮਾੜਾ ਕੰਮ ਕਰ ਲੈਂਦੇ ਹਾਂ। ਆਤਮਿਕ ਰੂਪ 'ਚ ਜਿਉਣ ਵਾਸਤੇ ਸਵੇਰੇ ਜਪਜੀ ਸਾਹਿਬ ਦਾ ਪਾਠ ਕਰ ਲੈਂਦੇ ਹਾਂ, ਸ਼ਾਮ ਨੂੰ ਆਤਮਿਕ ਮੌਤ ਵਾਸਤੇ ਸ਼ਰਾਬ ਖੋਲ ਕੇ ਬਹਿ ਜਾਂਦੇ ਹਾਂ। ਮੇਰੇ ਸਤਿਗੁਰੂ ਕਹਿਣਗੇ ਆਵੈ ਜਾਏ ਮਨ ਦੂਜਾ ਹੋਏ। ਦੂਜੇ ਦੇ ਪਿਆਰ ਦੇ ਵਿੱਚ ਵਾਹਿਗੁਰੂ ਜੀ ਨੂੰ ਛੱਡ ਕੇ ਜੀਵਨ ਬਤੀਤ ਹੋ ਰਿਹਾ। ਧਰਨ ਗਗਨ ਨਹਿ ਦੇਖੋ ਦੋਏ, ਮਰ ਕਹਿੰਦੇ ਨਾ ਧਰਤੀ ਤੇ ਨਾ ਆਕਾਸ਼ ਵਿੱਚ ਮੈਨੂੰ ਵਾਹਿਗੁਰੂ ਤੋਂ ਬਿਨਾਂ ਕੋਈ ਦੂਸਰਾ ਨਜ਼ਰ ਆਉਂਦਾ ਹੈ। ਇਹ ਸਾਰਾ ਕੁਝ ਉਸੇ ਦਾ ਹੀ ਪਸਾਰਾ ਹੈ। ਨਾਰੀ ਪੁਰਖ ਸਬਾਈ ਲੋਏ, ਲੋਏ ਦਾ ਅਰਥ ਹੈ ਲੁਕਾਈ। ਸਾਰਾ ਸੰਸਾਰ, ਭਾਵੇਂ ਉਹ ਇਸਤਰੀ ਹੈ ਭਾਵੇਂ ਉਹ ਮਰਦ ਹੈ, ਇਹਨਾਂ ਵਿੱਚ ਵਾਹਿਗੁਰੂ ਵਸਦਾ ਹੈ। ਇਹ ਵੀ ਅੱਜ ਧਰਮਾਂ ਦੇ ਪੜਚੋਲਣ ਦੀ ਗੱਲ ਹੈ। ਇਸਲਾਮ ਅੱਜ ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਫੈਲ ਰਿਹਾ ਧਰਮ ਹੈ। ਉਹਦਾ ਕਾਰਨ ਇੱਕੋ ਹੀ ਹੈ ਕਿ ਇਸਲਾਮਿਕ ਲੋਕਾਂ ਨੇ ਆਪਣੇ ਆਪ ਨੂੰ ਆਪਣੇ ਧਰਮ ਦਾ ਪ੍ਰਚਾਰਕ ਬਣਾ ਲਿਆ ਕਿ ਮੈਂ ਆਪਣੇ ਧਰਮ ਦਾ ਪ੍ਰਚਾਰ ਕਰਨਾ। ਸ਼ਾਇਦ ਤੁਹਾਨੂੰ ਇਹ ਗੱਲ ਥੋੜੀ ਓਪਰੀ ਜਿਹੀ ਲੱਗੇ, ਪਰ ਪ੍ਰੈਕਟੀਕਲ ਰੂਪ ਤੁਸੀਂ ਦੇਖੋ, ਸਮਾਜ ਵਿੱਚ ਤੁਸੀਂ ਜਿੱਥੇ ਵੀ ਕੰਮ ਕਰ ਰਹੇ ਹੋ ਇਸ ਵੇਲੇ, ਜਿੱਥੇ ਉਹ ਮੁਸਲਮਾਨ ਵੀਰ ਕੰਮ ਕਰਦੇ ਨੇ, ਉਹ ਜ਼ਰੂਰ ਤੁਹਾਨੂੰ ਆਪਣੇ ਧਰਮ ਬਾਰੇ ਕੋਈ ਨਾ ਕੋਈ ਗੱਲ ਦੱਸਣਗੇ, ਜ਼ਰੂਰ ਦੱਸਣਗੇ। ਉਹਨਾਂ ਦੀ ਕੋਸ਼ਿਸ਼ ਹੈ ਕਿ ਅਸੀਂ ਆਪ ਕੁਰਾਨ ਦੀ ਕੋਈ ਨਾ ਕੋਈ ਆਇਤ ਸੁਣਾ ਕੇ ਦੂਸਰੇ ਨੂੰ ਆਪਣੇ ਧਰਮ ਵੱਲ ਪ੍ਰੇਰਿਤ ਕਰੀਏ। ਉਹਨਾਂ ਸੋਚ ਲਿਆ ਕਿ ਅਸੀਂ ਆਪਣੇ ਧਰਮ ਦਾ ਪ੍ਰਚਾਰ ਕਰਨਾ, ਉਹਨਾਂ ਦਾ ਧਰਮ ਵੱਧ ਰਿਹਾ। ਉਹਨਾਂ ਦੀ ਪੋਜ਼ਿਟਿਵ ਗੱਲ ਹੈ, ਸਾਡੀ ਇਹ ਨੈਗੇਟਿਵ ਗੱਲ ਹੈ ਵੀ ਅਸੀਂ ਭਾਵੇਂ ਪ੍ਰਚਾਰਕ ਵੀ ਹੋਈਏ ਤਾਂ ਵੀ ਕਿਸੇ ਨੂੰ ਗੁਰਬਾਣੀ ਦੀ ਗੱਲ ਨਹੀਂ ਕਰਦੇ। ਆਮ ਸਿੱਖ ਦੀ ਦੂਰੀ ਦੀ ਗੱਲ, ਆਮ ਸਿੱਖ ਦੂਰ ਦੀ ਗੱਲ ਹੈ ਵੀ ਉਹ ਪ੍ਰਚਾਰ ਕਰੇ। ਪ੍ਰਚਾਰਕ ਵੀ ਧਰਮ ਦੇ ਪ੍ਰਚਾਰ ਦੀ ਗੱਲ ਕਰਨ ਵਾਸਤੇ ਤਿਆਰ ਨਹੀਂ। ਇਸ ਕਰਕੇ ਧਰਮ ਜਿਹੜਾ ਉਹ ਨਿਵਾਨ ਨੂੰ ਚਲਿਆ ਗਿਆ। ਬੜਾ ਵਧੀਆ ਕੋਟੇਸ਼ਨ ਕਿਸੇ ਨੇ ਦੱਸੀ ਸੀ, ਕਹਿਣ ਲੱਗੇ ਅਰਨਾਲਡ ਦੀ ਸ਼ਬਦ ਨੇ, ਅਰਨਾਲਡ ਵੀ ਦੇ, ਕਿ ਜੇ ਸੰਸਾਰ ਦੀ ਤੀਸਰੀ ਜੰਗ ਲੱਗੀ, 3rd ਵਰਲਡ ਵਾਰ, ਤੇ ਉਹਦੇ ਬਾਅਦ ਜਿਹੜੇ ਲੋਕ ਬਚੇ ਉਹਨਾਂ ਦਾ ਧਰਮ ਕਿਹੜਾ ਹੋਵੇਗਾ? ਕਿਉਂਕਿ ਬਰਬਾਦੀ ਬਹੁਤ ਹੋਵੇਗੀ। ਜਿੰਨੇ ਕੋ ਵੈਪਨਸ ਨੇ, ਜਿੰਨੀ ਕੋ ਸਾਡੇ ਕੋਲ ਨਿਊਕਲੀਅਰ ਵੈਪਨਸ ਨੇ, ਉਹ ਕਹਿੰਦਾ ਵੀ ਜੇ ਕੁਝ ਬੰਦੇ ਬਚ ਗਏ ਤਾਂ ਉਹਨਾਂ ਦਾ ਧਰਮ, ਉਹਨਾਂ ਨੂੰ ਅਗਵਾਹੀ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਬਾਰੇ ਦੇ ਸਕਦੇ। ਉਚਾਰਨ ਕਰਿਓ ਸਤਨਾਮ ਸ੍ਰੀ ਵਾਹ। ਤੇ ਉਹਨੂੰ ਫਿਰ ਉਹ ਨਾਲ ਹੀ ਸਵਾਲ ਕਰ ਦਿੱਤਾ ਵੀ ਜੇ ਏਡਾ ਮਹਾਨ ਗੁਰੂ ਗ੍ਰੰਥ ਸਾਹਿਬ ਹੈ ਤੇ ਫਿਰ ਤੀਸਰੀ ਜੰਗ ਹੋਏਗੀ ਕਿਉਂ? ਤੀਸਰੀ ਜੰਗ ਰੁਕ ਕਿਉਂ ਨਹੀਂ ਸਕਦੀ? ਉਹ ਕਹਿ ਲਗਾ ਇਹਦੇ ਕਸੂਰਵਾਰ ਸਾਰੇ ਸਿੱਖ ਹੀ ਨੇ। ਕਹਿੰਦਾ ਉਹਨਾਂ ਨੇ ਆਪਣੇ ਇਸ ਗ੍ਰੰਥ ਨੂੰ ਇੰਨਾ ਕੁ ਲੁਕਾ ਕੇ ਰੱਖਿਆ ਹੋਇਆ, ਛੁਪਾ ਕੇ ਰੱਖਿਆ ਹੋਇਆ, ਦੁਨੀਆ ਵਿੱਚ ਤਾਂ ਖੜਿਆ ਹੀ ਨਹੀਂ। ਦੁਨੀਆ 'ਚ ਤੀਸਰੀ ਜੰਗ ਹੋਵੇਗੀ। ਜੇ ਰੋਕਣਾ ਚਾਹੁੰਦੇ ਨੇ ਸਿੱਖ ਤੇ ਫਿਰ ਇਸ ਗੁਰੂ ਗ੍ਰੰਥ ਸਾਹਿਬ ਨੂੰ ਆਪ ਵੀ ਸਮਝਣ ਤੇ ਸਮਾਜ ਨੂੰ ਵੀ ਸਮਝਾਉਣ। ਕਿੰਨੀ ਮੁਸ਼ਕਿਲ ਦੀ ਗੱਲ ਹੈ ਨਾ। ਇੱਥੇ ਗੁਰੂ ਗ੍ਰੰਥ ਸਾਹਿਬ ਵਾਲੇ ਕਹਿ ਰਹੇ ਹੁਣ ਹੋਏ ਇਕੱਤਰ ਮੇਰੇ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵਲਾਏ। ਅਸੀਂ ਗੁਰੂ ਸਾਹਿਬ ਦੀ ਗੋਦ 'ਚ ਹਜ਼ੂਰੀ 'ਚ ਲੜਦੇ ਹੁੰਦੇ ਇੱਕ ਦੂਜੇ ਨਾਲ। ਉਸ ਫਲਸਫੇ ਨੂੰ ਅਸੀਂ ਸਮਝ ਨਹੀਂ ਸਕੇ। ਅੱਜ ਦੁਨੀਆ ਦੇ ਵਿੱਚ ਇੱਕ ਹੀ ਹੈ ਜਗ੍ਹਾ ਜਿੱਥੇ ਰਾਮ ਦੀ ਵੀ ਗੱਲ ਹੁੰਦੀ ਹੈ ਤੇ ਰਹੀਮ ਦੀ ਵੀ ਗੱਲ ਹੁੰਦੀ ਹੈ। ਇਹ ਸ਼ਬਦਾਂ ਦੀ ਲੜਾਈ ਹੈ। ਪ੍ਰਮਾਤਮਾ ਦੇ ਨਾਮ ਵੱਖਰੇ ਵੱਖਰੇ ਰੱਖੇ ਨੇ, ਪਰ ਕਦੇ ਮਸਜਿਦ ਵਿੱਚ ਤੁਹਾਨੂੰ ਰਾਮ ਦਾ ਨਾਮ ਨਹੀਂ ਸੁਣੇਗਾ,
कदे मंदिर विच तुहानूं खुदा दा नाम नहीं सुनेगा। पर गुरु ग्रंथ साहिब च देखो, इत्थे बाबा फरीद भी कह रहा है, उठ फरीदा उजू साज सुबह निवाज गुजार, जो सिर साई ना निवै सो सिर कप उतार। दुनिया के सारे धर्मां नूं सच नूं अपने विच समोई बैठे ने गुरु ग्रंथ साहिब महाराज। असीं गां दी गल नहीं करते। मैं गल कर रहा सी दुनिया का सब तो वड्डा धर्म इस्लाम, ते उहदे विच भी ये गल कही गई है, एक औरत एक मर्द के बराबर नहीं है। एक औरत ने जे गवाही देनी है तो वही कबूल नहीं, एक मर्द की गवाही ते दो औरतां गवाही देणगियां तां बराबर होएगी। ये कुरान की आयत है, इन्हां दी शरह है। पर गुरु ग्रंथ साहिब महाराज ने फैसला किया। हिंदू धर्म भी ऐसे कह रहे हैं, औरत नूं मुक्ति नहीं है। कमाल की गल है, अज जे सिख औरत ने अपन आने वाली पीढ़ियां नूं इह धर्म की वधिया गाइडेंस देनी सी, वही इस तो मुनकर होई बैठी है। गुरु नानक साहिब महाराज का शब्द है, तुसीं बड़ी वारी सुनिया, भंड जमी है भंड निमी है, भंड मंगण विआह भंडो होवे दोस्ती भंडो चलै राह। गुरु जी ने एक फैसला मुका दिता शब्द दे विच। पर सतगुरु नूं कहंदे ने कि औरत नाम नहीं जप सकती ते ना मुक्त हो सकती है। ऐ गुरु नानक साहिब महाराज के आउण तो पहलों मस्जिद विच तां अजे भी अलाउड नहीं है, किते किते प्रबंध किया वखरा उन्होंने, पर मंदिर विच पहलों बिल्कुल अलाउड नहीं सी। औरत दा ते शूदर दा होगा। महाराज ने कहने कि औरत नाम नहीं जप सकती, औरत मुक्त नहीं हो सकती, ये मर्द का अधिकार है, क्योंकि परमात्मा नूं मर्द रूप च पूजया जाता सी। हैरानी की गल है, जिस हिंदुस्तान विच अद्धा हिंदुस्तान अज भी देवी की पूजा करता, वो भी औरत नूं उहदे पूरे अधिकार देने लई तैयार नहीं है। गुरु नानक साहिब महाराज ने एक संसार नूं फैसला दिता। महाराज कह लगे, जित मुख सदा सलाही है भागा रत्ती चार। जिहड़ा भी संसार का कोई मुख वाहिगुरु जी की बंदगी करेगा, जिहड़ी वाहिगुरु की उस्तत करेगा, जिहड़े सच आचार नूं जीवन का आधार बनाएगा, जित मुख सदा सलाही है भागा रत्ती चार। कह लगे वो भागा वाला मनुख है। कोई भी मुख होवे, चाहे वह औरत है, चाहे वह मर्द है, चाहे वह बच्चा है, चाहे वह बुढ़ा है, चाहे असीं जिन्होंने खुसरा कह लेने, कोई यह नहीं मानिंदा वर्ड। जित मुख सदा सलाही है भागा रत्ती चार, नानक ते मुख उजले तित सच्चे दरबार। वो मुख उजला है, वो जीवन पवित्र है, जिहड़ा वाहिगुरु जी के गुणां नूं सामने रख के अपना जीवन बतीत करता है। कमाल का फैसला दे दिता। यह वोट का अधिकार तो बहुत बाद च आया है। गुरु नानक साहिब जी ने बंदगी का अधिकार पहले दे दिता सानूं। साहिब सतगुरु महाराज बख्शिश करते ने, नारी पुरख सबाई लोए, हर एक दे विच वाहिगुरु वसिया होया है। रब सस देखो दीपक उजियाला। रब जिहड़ा है वह सूरज नूं कहा जाता है, सस चंद्रमा नूं कहा जाता है, दीपक दीवा उजियाला प्रकाश। कहते संसार दे विच चाहे धरती है, चाहे आकाश है, चाहे चंद्रमा है, चाहे सूरज है, असल विच सर्व निरंतर प्रीतम बाला सारियां दे विच वाहिगुरु वसिया होया है। जे इहनूं साइंस की दृष्टि नाल देखीए तां एक मर्यादा विच, एक लॉ ऑफ नेचर दे विच बजे होए ने सारे ही। गुरमत ने नेचर के रूप में भी वाहिगुरु की बंदगी की है। हर चीज एक सिस्टम च बजी हुई है। चंद्रमा तारे, मैं अज तो 10 साल पहलों तो एक डिस्कवरी ते प्रोग्राम देखता आया, ब्लैक होल। वो इन्ना कुछ ज्यादा डरावना बना के दसते हैं भी जो किते धरती के लागे आ गया, धरतियां वर्गे पता नहीं किन्ने कु ग्रह उहदे विच खत्म हो जाने, सारा कुछ खत्म हो जाना। पर अजे तक वो ब्लैक होल रब की रजा विच, कुदरत की रजा विच बजिया पिया है। सतगुरु कहने कि सारी ही कायनात उस एक प्रभु के सूत विच, उसकी रजा विच, उहदे हुक्म विच बजी हुई है। कर किरपा मेरा चित लाया। हुण चित की गल सी, चिंतन की गल सी। मन हर वेले माया का चिंतन करता है, ते साहब जी कहते हैं काम क्रोध हंकार इस मनुख के जीवन को बर्बाद कर देंदे ने। नाल ही कह देंदे जदों मैं सतगुरु की शरण च आया, गुरु ने मेरा चित संसार तो तोड़ के निरंकार नाल जोड़ दिता। रहना परिवार विच ही सी, अगे मैं औगणा नाल जुड़िया पिया सी। अज बड़ा ज्यादा जिहड़े अमेरिका ते कंट्रीज अज सोचण लई मजबूर हो रहे ने कि असीं बच्चों को देख ही रहे हैं। जिन्नियां को कतलो गारत दियां मूवीज, लुट मार दियां मूवीज असीं नैक्सट जनरेशन को दे दित्तियां, वो सारा कुछ ही करनगे। सतगुरु कोल आइए तो मारे कह लगे नहीं, तू इन्हां वल नहीं देखना, औगणा वल नहीं देखना, माड़ियां वल नहीं देखना, तू जदों देखना है निरंकार वल देखना है, वाहिगुरू वल देखना है। उच्चारण करियो सतनाम श्री वाह। तेरी लाइफ का आइडियल परमात्मा होवे, तेरी लाइफ के आइडियल सत संतोख दया धर्म विच जीवन वाले मनुख होण, तेरा जीवन बदल जाएगा। वो आइडियोलॉजी को चेंज करने की लोड़ है जिहदे विच असीं जीव रहे हैं, साडे बच्चे जीव रहे हैं।
मैं एक जगह सी कैंप दे विच, उत्थे बच्चों को स्लाइड शो दिखाना सी, तो बड़ा इवेंट जो उत्थे एक पढ़े लिखे बंदे ने इशू क्रिएट किया, कहता जी नहीं ए जो सिर ते आरा चलदा दिखावांगे ਜਾਂ ਬੰਦ ਕੱਟੇ ਦਿਖਾਵਾਂਗੇ ਤਾਂ ਸਾਡੇ ਬੱਚਿਆਂ ਦੇ ਜਿਹੜੇ ਮਨ ਨੇ ਉਹ ਵਾਇਲੈਂਸ ਦੇਖ ਕੇ ਹੋਰ ਤਰ੍ਹਾਂ ਹੋਣਗੇ, ਜੇ ਉਹ ਹੋਏਗਾ। ਪਰ ਅਸੀਂ ਕਦੇ ਸੋਚਿਆ ਹੀ ਨਹੀਂ, ਕਦੀ ਸੰਸਾਰ ਨੇ ਨਹੀਂ ਕਿਹਾ ਜੀਸਸ ਨੂੰ ਅਸੀਂ ਕ੍ਰਾਈਸਟ ਨੂੰ ਉੱਥੇ ਫਾਂਸੀ ਤੇ ਸਲੀਬ ਤੇ ਚੜਿਆ ਦੇਖਦੇ ਹਾਂ, ਹੱਥਾਂ ਵਿੱਚ ਕਿੱਲ ਖੁੱਬੇ ਹੋਏ ਨੇ, ਕੋਈ ਵਾਇਲੈਂਸ ਸਾਨੂੰ ਨਜ਼ਰ ਨਹੀਂ ਆਉਂਦਾ। ਸਾਨੂੰ ਬੱਚਿਆਂ ਨੂੰ ਜੋ ਕੋਈ ਮੂਵੀਜ਼ ਦਿਖਾ ਰਹੇ ਆ, ਸੀਰੀਅਲਸ ਦਿਖਾ ਰਹੇ ਆ, ਉੱਥੇ ਵਾਇਲੈਂਸ ਕੋਈ ਨਜ਼ਰ ਨਹੀਂ ਆਉਂਦਾ। ਜਿਹੜਾ ਸੱਚ ਲਈ ਕੁਰਬਾਨ ਹੋ ਰਿਹਾ ਉਹਦੇ ਬਾਰੇ ਸਾਨੂੰ ਵਾਇਲੈਂਸ ਨਜ਼ਰ ਆ ਰਿਹਾ। ਸਹਿਮਾਰਾ ਸਤਿਗੁਰੂ ਕਹਿਣ ਲੱਗੇ ਚਿੱਤ ਨੂੰ ਲਾਉਣਾ ਸੀ, ਗੱਲ ਸੀ ਕਿ ਅਸੀਂ ਜੀਵਨ ਕਿਸ ਵਰਗਾ ਜਿਉਣਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਤੁਸੀਂ ਸਾਰਿਆਂ ਨੇ ਜੀਵਨ ਵਾਹਿਗੁਰੂ ਵਰਗਾ ਜਿਉਣਾ ਹੈ, ਪਰਮਾਤਮਾ ਵਰਗਾ ਜਿਉਣਾ ਹੈ। ਕਰ ਕਿਰਪਾ ਮੇਰਾ ਚਿੱਤ ਲਾਇਆ, ਸਤਿਗੁਰ ਮੋਕੋ ਏਕ ਬੁਝਾਇਆ। ਗੁਰੂ ਨੇ ਮੈਨੂੰ ਡਿਵਾਈਨ ਲਾਈਟ ਦੇ ਦਿੱਤੀ, ਟ੍ਰਿਊ ਨੌਲੇਜ ਦੇ ਦਿੱਤੀ ਕਿ ਤੂੰ ਇੱਕ ਪਰਮਾਤਮਾ ਦੇ ਨਾਲ ਆਪਣੇ ਆਪ ਨੂੰ ਜੋੜ ਕੇ ਰੱਖ। ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਉਹ ਇੱਕ ਨਾਲ ਚਿੱਤ ਜੋੜਨ ਦੀ ਦਾਤ ਸਤਿਗੁਰੂ ਕੋਲੋਂ ਮਿਲਦੀ ਹੈ। ਸਾਹਿਬ ਜੀ ਕਹਿੰਦੇ ਏਕ ਨਿਰੰਜਨ ਗੁਰਮੁਖ ਜਾਤਾ, ਉਹ ਮਾਇਆ ਤੋਂ ਰਹਿਤ ਪ੍ਰਭੂ ਜਿਹੜਾ ਹੈ ਉਹ ਗੁਰੂ ਦੇ ਸਨਮੁਖ, ਗੁਰਮੁਖ ਦਾ ਅਰਥ ਹੈ ਗੁਰੂ ਦੀ ਸ਼ਰਨ ਵਿੱਚ ਗੁਰੂ ਦੇ ਹੁਕਮ ਨੂੰ ਮੰਨਣ ਵਾਲਾ ਮਨੁੱਖ ਉਹੋ ਹੀ ਸਮਝ ਸਕਦਾ ਹੈ। ਦੂਜਾ ਮਾਰ ਸ਼ਬਦ ਪਛਾਤਾ, ਦੂਜੇ ਦਾ ਅਰਥ ਹੈ ਮਾਇਆ, ਦੂਜੇ ਦਾ ਅਰਥ ਹੈ ਵਾਹਿਗੁਰੂ ਦੇ ਗੁਣਾਂ ਤੋਂ ਔਗੁਣਾਂ ਦੀ ਗੱਲ ਹੈ ਜਿਹੜੀ। ਦੂਜਾ ਖਤਮ ਹੋ ਗਿਆ, ਹੁਣ ਅੰਦਰ ਇੱਕ ਹੀ ਵਸ ਗਿਆ ਹੈ। ਜਿਵੇਂ ਸਤਿਗੁਰੂ ਜੀ ਕਹਿੰਦੇ ਨੇ ਹਮਰਾ ਭਰਮ ਗਿਆ ਭਉ ਭਾਗਾ, ਜਬ ਰਾਮ ਨਾਮ ਚਿੱਤ ਲਾਗਾ। ਪਰਮਾਤਮਾ ਦੇ ਨਾਲ ਚਿੱਤ ਜੁੜਦਿਆਂ ਹੀ ਭਰਮ ਵੀ ਦੂਰ ਹੋ ਗਿਆ ਤੇ ਡਰ ਵੀ ਦੂਰ ਹੋ ਗਿਆ। ਸਾਹਿਬ ਸਤਿਗੁਰੂ ਕਹਿੰਦੇ ਨੇ ਏਕੋ ਹੁਕਮ ਵਰਤੈ ਸਭ ਲੋਈ। ਹੁਣ ਫਰਕ ਪੈ ਗਿਆ। ਅੱਗੇ ਜੀ ਕਰਦਾ ਸੀ ਮੇਰਾ ਹੁਕਮ ਚੱਲੇ, ਸੰਸਾਰ ਮੇਰੇ ਅਨੁਸਾਰ ਜੀਵੇ, ਸਾਡੇ ਸਾਰਿਆਂ ਦੀ ਇੱਛਾ ਹੈ ਭਈ ਦੂਜੇ ਮੇਰੇ ਅਨੁਸਾਰ ਕਿਉਂ ਨਹੀਂ ਜੀਂਦੇ। ਪਰਿਵਾਰ ਤੋਂ ਲੈ ਕੇ ਸਮਾਜ ਵਿੱਚ ਜਿੰਨੀਆਂ ਵੀ ਇਕਾਈਆਂ ਨੇ ਸਾਰੀਆਂ ਇਸ ਕੋਸ਼ਿਸ਼ ਵਿੱਚ ਨੇ ਵੀ ਦੂਜੇ ਮੇਰੇ ਅਨੁਸਾਰ ਜਿਉਣ। ਮਹਾਰਾਜ ਕਹਿਣਗੇ ਨਹੀਂ, ਹੁਣ ਸਮਝ ਵਿੱਚ ਆ ਗਈ ਦੂਜੇ ਮੇਰੇ ਅਨੁਸਾਰ ਨਾ ਜਿਉਣ, ਮੈਂ ਰੱਬ ਜੀ ਦੇ ਅਨੁਸਾਰੀ ਹੋ ਕੇ ਜੀਵਾਂ। ਉਚਾਰਨ ਕਰਿਓ ਸਤਿਨਾਮ ਸ੍ਰੀ ਵਾਹਿਗੁਰੂ। ਦੂਜੇ ਮੇਰੇ ਹੁਕਮ ਵਿੱਚ ਨਾ ਚੱਲਣ। ਸਤਿਗੁਰੂ ਕਹਿਣ ਲੱਗੇ ਨਾਨਕ ਹੁਕਮੈ ਜੇ ਬੁਝੈ, ਤਾਂ ਹਉਮੈ ਕਹੈ ਨਾ ਕੋਏ। ਉਸਦੇ ਹੁਕਮ ਨੂੰ ਪਹਿਚਾਨਣ ਵਾਲਾ ਮਨੁੱਖ ਹਉਮੈ ਨੂੰ ਖਤਮ ਕਰ ਲੈਂਦਾ। ਦੂਜਾ ਮਾਰ ਸ਼ਬਦ ਪਛਾਤਾ, ਏਕੋ ਹੁਕਮ ਵਰਤੈ ਸਭ ਲੋਈ। ਏਕਸ ਤੇ ਸਭ ਓਪਤ ਹੋਈ। ਇੱਕ ਵਾਹਿਗੁਰੂ ਤੋਂ ਸਾਰਾ ਕੁਝ ਪੈਦਾ ਹੋ ਰਿਹਾ। ਹੁਕਮੀ ਹੋਵਨ ਜੀ, ਹੁਕਮ ਮਿਲਿਆ ਵਡਿਆਈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਏ। ਸਾਰਾ ਕੁਝ ਉਸ ਦੀ ਰਜ਼ਾ ਵਿੱਚ ਹੈ, ਉਸ ਦੀ ਕੁਦਰਤ ਵਿੱਚ ਹੈ। ਰਾਹ ਦੋਵੇਂ ਖਸਮ ਏਕੋ ਜਾਨ। ਰਾਹ ਭਾਵੇਂ ਦੋ ਨੇ, ਇੱਕ ਮਾਇਆ ਦਾ ਰਾਹ ਹੈ, ਇੱਕ ਪ੍ਰਭੂ ਬੰਦਗੀ ਦਾ ਰਾਹ ਹੈ। ਇੱਕ ਸੰਸਾਰ ਦਾ ਰਾਹ ਹੈ, ਇੱਕ ਨਿਰੰਕਾਰ ਦਾ ਰਾਹ ਹੈ। ਇੱਕ ਬੰਧਨ ਦਾ ਰਾਹ ਹੈ, ਇੱਕ ਮੁਕਤੀ ਦਾ ਰਾਹ ਹੈ। ਇੱਕ ਮਨ ਦੀ ਮੱਤ ਦਾ ਰਾਹ ਹੈ, ਇੱਕ ਗੁਰੂ ਦੀ ਮੱਤ ਦਾ ਰਾਹ ਹੈ। ਕਹਿ ਲਗੇ ਪਰ ਦੋਹਾਂ ਰਸਤਿਆਂ ਦਾ ਮਾਲਕ ਉਹ ਵਾਹਿਗੁਰੂ ਆਪ ਹੈ। ਇਸੇ ਕਰਕੇ ਸਾਹਿਬ ਜੀ ਕਹਿ ਲਗੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਜੋਤ ਤਾਂ ਵਾਹਿਗੁਰੂ ਦੀ ਵਸ ਰਹੀ ਹੈ। ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲੈ ਬਿਗਸੈ ਅੰਤਰ ਜਾਮੀ। ਚੰਗਿਆਂ ਵਿੱਚ ਵੀ ਵਰਤ ਰਿਹਾ, ਮਾੜਿਆਂ ਵਿੱਚ ਵੀ ਵਰਤ ਰਿਹਾ, ਖੇਲ ਉਸ ਦਾ ਹੈ। ਰਾਹ ਦੋਵੇਂ ਖਸਮ ਏਕੋ ਜਾਨ, ਗੁਰ ਕੈ ਸ਼ਬਦ ਹੁਕਮ ਪਛਾਣ। ਸਤਿਗੁਰੂ ਦੇ ਸ਼ਬਦ ਨਾਲ ਜੁੜ ਕੇ ਸਤਿਗੁਰੂ ਦੇ ਬਾਣੀ ਦੇ ਰਾਹੀਂ ਇਹ ਸਮਝ ਆਉਂਦਾ ਹੈ ਵੀ ਵਾਹਿਗੁਰੂ ਜੀ ਨੂੰ ਕੀ ਚੰਗਾ ਲੱਗਦਾ ਹੈ, ਕੀ ਨਹੀਂ ਚੰਗਾ ਲੱਗਦਾ ਹੈ। ਵਾਹਿਗੁਰੂ ਕਿੰਨਾ ਮਨੁੱਖਾਂ ਉੱਪਰ ਪ੍ਰਸੰਨ ਹੁੰਦੇ ਨੇ, ਵਾਹਿਗੁਰੂ ਨੂੰ ਕਿਹੜੇ ਮਨੁੱਖ ਚੰਗੇ ਨਹੀਂ ਲੱਗਦੇ। ਇਹ ਸਤਿਗੁਰੂ ਦੇ ਉਪਦੇਸ਼ ਤੋਂ ਸਮਝ ਆਉਂਦਾ ਹੈ। ਸਗਲ ਰੂਪ ਵਰਣ ਮਨ ਮਾਹੀ, ਕਹੋ ਨਾਨਕ ਏਕੋ ਸਾਲਾਹੀ। ਸਾਰੇ ਉਸਦੇ ਰੂਪ ਨੇ, ਸਾਰੇ ਉਸਦੇ ਵਰਣ ਨੇ, ਵਸ ਰਿਹਾ ਸਾਡੇ ਮਨ ਦੇ ਵਿੱਚ। ਸਤਿਗੁਰੂ ਕਹਿਣ ਲੱਗੇ ਐ ਮੇਰੇ ਮਨ ਉਸ ਇੱਕ ਨੂੰ ਸਾਲਾ, ਇੱਕ ਦੀ ਉਸਤਤ ਕਰ। ਏਕੋ ਜਪ ਏਕੋ ਸਾਲਾ, ਏਕ ਸਿਮਰ ਏਕਸ ਮਨ ਆਹੇ। ਏਕਸ ਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ। ਸਤਿਗੁਰੂ ਕਹਿਣ ਲੱਗੇ ਸਾਹਿਬ ਮੇਰਾ ਏਕੋ ਹੈ। ਏਕੋ ਹੈ ਭਾਈ, ਏਕੋ ਹੈ। ਤੇ ਜਿਹੜੇ ਮਨੁੱਖ ਉਸ ਇੱਕ ਨਿਰੰਕਾਰ ਦੀ ਯਾਦ ਵਿੱਚ ਜੁੜਦੇ ਨੇ, ਸਾਹਿਬ ਕਹਿੰਦੇ ਨੇ ਜਿਨਨੇ ਨਾਮ ਧਿਆਇਆ ਗਏ ਮਸ਼ੱਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਹਨਾਂ ਦੀ ਸੰਗਤ ਵਿੱਚ ਹੋਰ ਵੀ ਮਨ ਦੀ ਮੱਤ ਤੋਂ ਛੁੱਟ ਕੇ ਗੁਰੂ ਦੀ ਮੱਤ ਧਾਰਨ ਕਰ ਜਾਂਦੇ ਨੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡੇ ਤੇ ਬਖਸ਼ਿਸ਼ ਕਰਨ।
ਅਸੀਂ ਗੁਰੂ ਦੀ ਮੱਤ ਦੇ ਅਨੁਸਾਰ ਜੀਵਨ ਜਿਉ ਕੇ ਆਪਣਾ ਜੀਵਨ ਸਫਲ ਕਰ ਸਕੀਏ। ਹੋਈਆਂ ਗਲਤੀਆਂ ਨੂੰ ਖਿਮਾ ਕਰਦੇ ਹੋਏ ਸੰਗਤ ਫਤਿਹ ਬੁਲਾਓ। ਮੈਂ ਬੇਨਤੀ ਕਰਦਾ ਚੱਲਾਂ, ਐਤਵਾਰ ਨੂੰ ਕਿਉਂਕਿ 1 ਤਰੀਕ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਹੈ। ਗੁਰਦੁਆਰਾ ਸਾਹਿਬ ਵੱਲੋਂ ਇਹ ਗੁਰਪੁਰਬ ਜਿਹੜਾ ਹੈ 2 ਸਤੰਬਰ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ। 9 ਵਜੇ ਆਸਾ ਕੀ ਵਾਰ ਦੇ ਕੀਰਤਨ ਤੋਂ ਸ਼ੁਰੂ ਹੋ ਕੇ ਤਕਰੀਬਨ 2 ਵਜੇ ਤੱਕ ਦੀਵਾਨ ਚੱਲਣਗੇ ਤੇ ਫਿਰ 2:30 ਵਜੇ ਧਾਰਮਿਕ ਫਿਲਮ ਸਿੰਘ ਸੂਰਮੇ ਦਿਖਾਈ ਜਾਵੇਗੀ। ਉਸ ਤੋਂ ਬਾਅਦ 4:30 ਵਜੇ ਚਾਹ ਪਕੌੜਿਆਂ ਦਾ ਲੰਗਰ ਹੋਵੇਗਾ। ਇਸ਼ਤਿਹਾਰ ਆਪ ਜੀ ਦੇ ਸਾਹਮਣੇ ਪਏ ਨੇ, ਆਪ ਜੀ ਨੇ ਜ਼ਰੂਰ ਲੈ ਕੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ। ਆਓ ਹੁਣ ਬੜੇ ਪ੍ਰੇਮ ਸਹਿਤ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਪਾਸੋਂ ਰੱਬੀ ਬਾਣੀ ਦਾ ਕੀਰਤਨ ਸਰਵਣ ਕਰੀਏ। ਫਤਿਹ ਗੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ